ਹੈਲੋ ਫਰੈਂਡਸ, ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਮੈਂ ਤੁਹਾਨੂੰ LLP ਦਾ ਰਿਵੀਜ਼ਨ ਅੱਜ ਕਰਵਾ ਰਹੀ ਹੋਊਂਗੀ। ਮੈਂ ਤਾਂ ਰਿਵੀਜ਼ਨ ਲੈ ਕੇ ਆ ਚੁੱਕੀ ਹਾਂ। ਹੁਣ ਤੁਹਾਡੀ ਡਿਊਟੀ ਹੈ ਕਿ ਤੁਸੀਂ ਇਹਨੂੰ ਸ਼ੇਅਰ ਕਰੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਬੱਚੇ ਇਸ ਦਾ ਫਾਇਦਾ ਉਠਾ ਸਕਣ। ਠੀਕ ਹੈ, ਇਹਦੇ ਵਿੱਚ ਮੈਂ ਕੁਝ ਇੰਸਟਰਕਸ਼ਨਸ ਦੇ ਦਿੰਦੀ ਹਾਂ। ਜਦੋਂ ਮੈਂ ਕਹਾਂਗੀ ਤੁਸੀਂ ਰਿਪੀਟ ਕਰਨਾ ਹੈ ਤਾਂ फ्रेंड्स मैं ਤੁਹਾਡੀ ਕਨਵੀਨੀਅੰਸ ਦੇ ਵਾਸਤੇ ਇਸ 'ਤੇ ਕੁਝ ਪੇਜਿਸ ਹੈ ਜੋ ਐਡ ਕਰ ਦਿੱਤੇ ਨੇ ਜਿਹਦੇ ਨਾਲ ਤੁਹਾਨੂੰ ਈਜ਼ੀ ਹੋਊਗਾ ਅਤੇ ਇਹਨੂੰ ਜੋ ਮੈਂ ਬੋਲ ਰਹੀ ਹਾਂ, ਜੋ ਮੈਂ ਸਮਝਾ ਰਹੀ ਹਾਂ ਉਹਨੂੰ ਸਮਝਣਾ। ਸੋ ਤੁਸੀਂ ਇੰਜੋਏ ਕਰ ਸਕਦੇ ਹੋ ਉਸਨੂੰ। LLP ਦਾ ਰਿਵੀਜ਼ਨ ਥੋੜ੍ਹਾ ਜਿਹਾ ਮੈਂ ਹੁਣ ਤੁਹਾਨੂੰ ਇਹਦੇ ਬਾਰੇ ਦੱਸ ਦਿੰਦੀ। LLP ਹੈ ਕੀ ਆ? ਇੱਕ ਆਪਣੇ ਕੋਲ ਹੈਗੀ ਹੈ ਕੰਪਨੀ ਅਤੇ ਇੱਕ ਪਾਰਟਨਰਸ਼ਿਪ। ਕੰਪਨੀ ਦੇ ਕੁਝ ਫੀਚਰਸ ਨੇ ਜਿਵੇਂ ਕਿ ਲਿਮਿਟਡ ਲਾਇਬਿਲਿਟੀ, ਪਰਪੈਚੁਅਲ ਸਕਸੈਸ਼ਨ, ਸੈਪਰੇਟ ਲੀਗਲ ਐਂਟਿਟੀ। ਅਤੇ ਪਾਰਟਨਰਸ਼ਿਪ ਕੋਲ ਅਨਲਿਮਿਟਡ ਲਾਇਬਿਲਿਟੀ ਆ, ਪਰਪੈਚੁਅਲ ਸਕਸੈਸ਼ਨ ਵੀ ਹੈ ਨਹੀਂ ਅਤੇ ਸੈਪਰੇਟ ਲੀਗਲ ਐਂਟਿਟੀ ਵੀ ਹੈ ਨਹੀਂ। ਇਸ ਕਰਕੇ ਪਾਰਟਨਰਸ਼ਿਪ ਕੋਲ ਕੀ ਆ? ਸਿਰਫ ਇੱਕ ਪਾਰਟਨਰਸ਼ਿਪ ਹੀ ਹੈ। ਮਤਲਬ ਕਿ ਉਹ ਲੀਗਲ ਕੰਪਲਾਇੰਸ ਨਹੀਂ ਹੁੰਦੇ। ਥੋੜ੍ਹੇ ਬੰਦਿਆਂ ਨਾਲ ਹੋਣ ਦਾ ਲਾਈਕ ਕਿੱਦਾਂ ਦੇ ਉਹਦੇ ਕੋਲ ਹੈਗੀਆਂ ਹੈ ਖੂਬੀਆਂ। ਇਸ ਕਰਕੇ ਆਪਾਂ ਇਕੱਲਾ ਪਾਰਟਨਰਸ਼ਿਪ ਲਿਆ ਅਤੇ ਇੱਧਰੋਂ ਆਪਾਂ ਮੇਨ ਫੀਚਰ ਜਿਹੜਾ ਲਿਮਿਟਡ ਲਾਇਬਿਲਿਟੀਜ਼, ਪਰਪੈਚੁਅਲ ਸਕਸੈਸ਼ਨ, ਸੈਪਰੇਟ ਲੀਗਲ ਐਂਟਿਟੀ ਇਹਨਾਂ ਨੂੰ ਲਿਆ। ਆਪਾਂ ਇੱਕ ਨਿਊ ਫਾਰਮ ਆਫ ਬਿਜ਼ਨਸ ਬਣਾਉਣੀ ਆ LLP। ਹੁਣ ਆਉਂਦੇ ਆਪਾਂ ਕੁਐਸਚਨ ਦੇ ਪੁਆਇੰਟ ਆਫ ਵਿਊ 'ਤੇ। ਜਦੋਂ ਤੁਸੀਂ ਐਗਜ਼ਾਮ ਵਿੱਚ ਤੁਹਾਨੂੰ ਕੁਐਸਚਨ ਆ ਗਿਆ ਕਿ ਮੀਨਿੰਗ ਆਫ LLP ਕੀ ਹੈ, ਤੁਸੀਂ ਉਹਦੇ ਵਿੱਚ ਪੈਰਾ ਬਣਾ ਕੇ ਨਹੀਂ ਲਿਖਣਾ, ਇਹਨੂੰ ਪੁਆਇੰਟਰਸ ਦੇ ਵਿੱਚ ਲਿਖਣਾ ਅਤੇ ਉਹ ਪੁਆਇੰਟਰ ਮੈਂ ਦੱਸਦੀ ਹਾਂ। First, new form of legal business entity with limited liability. First point. Second, alternative corporate business vehicle. Allow the partner flexibility of organizing their internal structure. LLP itself will be liable for the full extent of its asset. Liability of partner will be limited. ਇਹ ਮੈਂ 5 ਪੁਆਇੰਟ ਦੱਸੇ ਨੇ, ਤੁਸੀਂ ਇਹਨੂੰ ਰਿਪੀਟ ਕਰਨਾ ਆ ਤਾਂ ਜੋ ਐਗਜ਼ਾਮ ਤੱਕ ਰਿਟੇਨ ਹੋ ਸਕੇ। ਯੈਸ, ਮੈਂ ਵੀ ਇੱਕ ਵਾਰ ਰਿਪੀਟ ਕਰ ਰਹੀ ਹਾਂ। ਪਹਿਲਾ ਕੀ ਹੋ ਗਿਆ? ਇਹ ਨਿਊ ਫਾਰਮ ਆਫ ਲੀਗਲ ਬਿਜ਼ਨਸ ਐਂਟਿਟੀ ਹੈ, ਲਿਮਿਟਡ ਲਾਇਬਿਲਿਟੀ। ਸੈਕਿੰਡ, ਅਲਟਰਨੇਟਿਵ ਕਾਰਪੋਰੇਟ ਬਿਜ਼ਨਸ ਵਹੀਕਲ ਆ, ਮਤਲਬ ਅਲਟਰਨੇਟਿਵ ਕਿੰਨੀਆਂ ਖੂਬੀਆਂ ਆਪਾਂ ਨੂੰ ਇੱਕ ਵਿੱਚ ਮਿਲ ਰਹੀਆਂ ਨੇ। ਸੈਕਿੰਡ, ਅਲਾਊ ਦ ਪਾਰਟਨਰ ਫਲੈਕਸੀਬਿਲਿਟੀ ਆਫ ਔਰਗਨਾਈਜ਼ਿੰਗ ਦੇਅਰ ਇੰਟਰਨਲ ਸਟਰਕਚਰ। ਮਤਲਬ ਪਾਰਟਨਰਸ਼ਿਪ ਹੈ, ਪਾਰਟਨਰਸ਼ਿਪ ਵਿੱਚ ਰਹਿ ਕੇ ਵੀ ਉਹਨਾਂ ਨੂੰ ਇੰਨੀ ਫਲੈਕਸੀਬਿਲਿਟੀ ਹੈਗੀ ਆ ਕਿ ਉਹ ਜਿਹੜਾ ਕੰਪਨੀ ਦੇ ਫੀਚਰਸ ਯੂਜ਼ ਕਰ ਰਹੇ ਨੇ। ਓਕੇ, LLP itself will be liable for the full extent of its asset। ਹਾਂਜੀ, ਲਾਇਬਿਲਿਟੀ LLP ਹੈ ਜਿਹੜੀ ਉਹ ਲਾਇਬਲ ਆ, ਉਹਦੀ ਇੱਕ ਸੈਪਰੇਟ ਲੀਗਲ ਐਂਟਿਟੀ ਹੈ ਕਿ ਮੈਂ ਆਪਣੀ ਐਸੈਟ ਲਈ ਖੁਦ ਲਾਇਬਲ ਹੈਗੇ ਹਾਂ। ਫਿਰ ਲਾਇਬਿਲਿਟੀ ਆਫ ਪਾਰਟਨਰ ਵਿਲ ਬੀ ਲਿਮਿਟਡ। ਹਾਂਜੀ, ਲਾਇਬਿਲਿਟੀ ਆਫ ਪਾਰਟਨਰ ਲਿਮਿਟਡ ਹੈਗੀ ਹੈ। ਹਾਂਜੀ, ਇਹ ਮੈਂ ਬਿਲੀਵ ਕਰਦੀ ਚੱਲਦੀ ਹੋ ਰਹੀ ਹਾਂ ਕਿ ਇਹ ਪੁਆਇੰਟ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਕਲੀਅਰ ਹੋ ਚੁੱਕੇ ਹਨ। ਹੁਣ ਮੈਂ ਇੱਥੇ ਇੱਕ ਤੁਹਾਨੂੰ ਇੱਕ ਇੰਪੋਰਟੈਂਟ ਕੁਐਸਚਨ ਹੈ ਜੋ ਵੀ ਨਾਲ ਦੱਸਣੀ ਹੋਵੇਗੀ। ਇੱਥੇ ਹੁਣ ਮੈਂ ਤੁਹਾਨੂੰ ਕਰੈਕਟਰਿਸਟਿਕ ਫੀਚਰਸ 'ਤੇ ਨਹੀਂ ਹਜੇ ਲੈ ਕੇ ਜਾਵਾਂਗੀ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। LLP ਇਜ਼ ਅ ਅਲਟਰਨੇਟਿਵ ਕਾਰਪੋਰੇਟ ਬਿਜ਼ਨਸ ਫਾਰਮ ਦੈਟ ਗਿਵ ਦ ਬੈਨੀਫਿਟ ਆਫ ਲਿਮਿਟਡ ਲਾਇਬਿਲਿਟੀ ਆਫ ਕੰਪਨੀ ਐਂਡ ਦ ਫਲੈਕਸੀਬਿਲਿਟੀ ਆਫ ਪਾਰਟਨਰਸ਼ਿਪ। ਇਹਨੂੰ ਐਕਸਪਲੇਨ ਕਰੋ। ਆਪਾਂ ਇਹ ਪੜ੍ਹ ਲੈਂਦੇ ਹਾਂ ਬਟ ਐਗਜ਼ਾਮ ਵਿੱਚ ਆਪਾਂ ਨੂੰ ਐਕਸਪਲੇਨ ਕਰਨਾ ਹੀ ਨਹੀਂ ਆ ਰਿਹਾ ਹੁੰਦਾ ਕਿ ਇਹਨੂੰ ਐਕਸਪਲੇਨ ਕਿੱਦਾਂ ਕਰੀਏ। ਸੋ ਮੈਂ ਇੱਕ ਵਾਰ ਤੁਹਾਡੇ ਕੋਲ ਪੂਰਾ ਆਨਸਰ ਰੀਡ ਕਰਾਂਗੀ ਅਤੇ ਉਹਨੂੰ ਥੋੜ੍ਹਾ ਜਿਹਾ ਸਮਰਾਈਜ਼ ਕਰਾਂਗੀ। ਪਹਿਲਾਂ ਇਹਦੇ ਵਿੱਚ ਆਪਾਂ 2 ਪੁਆਇੰਟ ਵਿੱਚ ਇਹਨੂੰ ਆਨਸਰ ਦੇਣਾ ਹੈ। ਪਹਿਲਾ ਲਿਮਿਟਡ ਲਾਇਬਿਲਿਟੀ, ਸੈਕਿੰਡ ਫਲੈਕਸੀਬਿਲਿਟੀ ਆਫ ਪਾਰਟਨਰਸ਼ਿਪ। ਲਿਮਿਟਡ ਲਾਇਬਿਲਿਟੀ, ਐਵਰੀ ਪਾਰਟਨਰ ਆਫ LLP for the purpose of business of LLP, the agent of LLP, but not the other partner. The liability of partner will be limited to the agreed contribution in LLP, while LLP itself will be liable for the full extent of its asset. ਯੈਸ, ਇਹ ਤਾਂ ਹੁਣ ਮੈਂ ਕੁਐਸਚਨ ਰੀਡ ਕੀਤਾ ਸੀਗਾ। ਇਹਦੇ ਵਿੱਚ ਤੁਸੀਂ ਦੇਖੋ ਪੁਆਇੰਟ ਕੀ ਹੈ। ਕਹਿੰਦੇ ਕਿ ਜੋ ਪਾਰਟਨਰ ਆ ਨਾ ਉਹ LLP ਦਾ ਏਜੰਟ ਆ, ਨਾ ਕਿ ਸਾਰੇ ਜੋ ਪਾਰਟਨਰ ਆ ਉਹਨਾਂ ਦਾ ਏਜੰਟ ਆ। ਮਤਲਬ ਉਹ LLP ਲਈ ਕੰਮ ਕਰਦਾ ਪਿਆ, ਉਹਨੂੰ ਬਾਕੀ ਬੰਦੇ ਹੈਗੇ ਜੋ ਕੰਮ ਕਰਦੇ ਬਿਜ਼ਨਸ ਤੋਂ ਉਹਨਾਂ ਨਾਲ ਕੋਈ ਮਤਲਬ ਨਹੀਂ। ਸੈਕਿੰਡ ਪੁਆਇੰਟ ਇਹਦੇ ਵਿੱਚ ਕਹਿ ਰਿਹਾ ਲਿਮਿਟਡ ਲਾਇਬਿਲਿਟੀ ਵਿੱਚ ਕਿ ਜਿਹੜਾ LLP ਆ ਉਹ ਆਪਦੀਆਂ ਐਸੈਟ ਲਈ ਆਪ ਲਾਇਬਲ ਹੋਊਗਾ, ਮਤਲਬ ਉਹਦੀ ਸੈਪਰੇਟ ਲੀਗਲ ਐਂਟਿਟੀ ਹੋਏਗੀ। ਠੀਕ ਹੈ, ਹੁਣ ਫਲੈਕਸੀਬਿਲਿਟੀ ਆਫ ਪਾਰਟਨਰਸ਼ਿਪ। LLP allow its member the flexibility of organizing their internal structure as a partnership based on mutual arrival agreement। ਇਹ ਪੁਆਇੰਟ ਮੈਂ ਪਹਿਲਾਂ ਵੀ ਡਿਸਕਸ ਕੀਤਾ ਹੈਗਾ ਕਿ ਫਲੈਕਸੀਬਿਲਿਟੀ ਦਿੰਦਾ ਆ ਕਿ ਹੁਣ ਜਿਵੇਂ ਪਾਰਟਨਰਸ਼ਿਪ ਵਿੱਚ ਤੁਸੀਂ ਰਹਿ ਕੇ ਕੰਪਨੀ ਦੇ ਕੁਝ ਫੀਚਰਸ ਆ ਜਿਹੜੇ ਆਪਾਂ ਉਹਨੂੰ ਯੂਜ਼ ਕਰ ਰਹੇ ਹਾਂ। ਇਹਦੇ ਵਿੱਚ ਇਜ਼ ਅ ਫਲੈਕਸੀਬਿਲਿਟੀ ਕਿ ਤੁਸੀਂ ਇਹ ਯੂਜ਼ ਕਰ ਸਕਦੇ ਆ। ਆਪਾਂ ਯੂਜ਼ ਕਰ ਰਹੇ ਹਾਂ ਨਾ, ਇਹਨੂੰ ਤਾਂ ਲਿਮਿਟਡ ਲਾਇਬਿਲਿਟੀ ਪਾਰਟਨਰਸ਼ਿਪ ਆ ਕੇ ਕਿਹਾ ਆ। ਇਸ ਕਰਕੇ ਫਲੈਕਸੀਬਿਲਿਟੀ ਦਿੰਦਾ ਆ ਆਪਾਂ ਨੂੰ ਪਾਰਟਨਰਸ਼ਿਪ। ਠੀਕ ਹੈ, the LLP form enable entrepreneurs
professionals, enterprises provide services of any kind or engage in a scientific and technical discipline to form commercial efficient vehicle situated their requirement। ਹੁਣ ਮੈਂ ਤੁਹਾਨੂੰ ਫਿੰਗਰ ਟਿਪ ਤੇ ਯਾਦ ਕਰਵਾਉਣ ਵਾਲੀਆਂ 3 ਚੀਜ਼ਾਂ। ਪਹਿਲਾ ਸ਼ੈਡਿਊਲ, ਸੈਕਿੰਡ ਕਰੈਕਟਰਿਸਟਿਕ, ਥਰਡ ਐਡਵਾਂਟੇजेस। ਪਹਿਲਾ ਸ਼ੈਡਿਊਲ, 4 ਸ਼ੈਡਿਊਲ ਹੈ ਇਹਦੇ ਵਿੱਚ, 4 ਸ਼ੈਡਿਊਲ ਹੈ। ਫਸਟ ਸ਼ੈਡਿਊਲ ਮਿਊਚੁਅਲ ਰਾਈਟ ਐਂਡ ਡਿਊਟੀਜ਼ ਆਫ ਪਾਰਟਨਰ, ਸੈਕਿੰਡ ਕਨਵਰਜ਼ਨ ਆਫ ਫਰਮ ਇਨਟੂ LLP, ਥਰਡ conversion of private company into LLP, fourth conversion of unlisted public company into LLP। ठीक है, एक बार फिर रिपीट कर रहे हैं। शेड्यूल नंबर फर्स्ट म्यूचुअल राइट एंड ड्यूटीज ऑफ अ पार्टनर, सेकंड कन्वर्जन ऑफ फर्म इनटू LLP, थर्ड कन्वर्जन ऑफ प्राइवेट कंपनी इनटू LLP, फोर्थ इज कन्वर्जन ऑफ अनलिस्टेड पब्लिक कंपनी इनटू LLP। यस, मैं एज्यूम करके चल रही हाँ कि तुम भी मेरे नाल बोल रहे होंगे। यस, सैकेंड करैक्टरिस्टिक ये कुछ डिटेल विच आपां नूं लिखण दा नहीं है, ठीक है, ये तुसीं लिख सकते हैं। कोई भी नॉर्मल स्टूडेंट जिन्हें बेसिक स्टडी की है वो लिख सकता है। करैक्टरिस्टिक, सैपरेट लीगल एंटिटी, बॉडी कॉरपोरेट, परपैचुअल सक्सैशन, मैनेजमेंट ऑफ बिजनेस, बिजनेस फॉर प्रॉफिट ओनली, आर्टिफिशियल लीगल पर्सन, लिमिटेड लायबिलिटी, कॉमन सील, LLP एग्रीमेंट, म्यूचुअल एजेंसी। ਤੁਹਾਨੂੰ ਲੱਗ ਰਿਹਾ ਹੋਏਗਾ ਕਿੰਨੇ ਕਰੈਕਟਰਿਸਟਿਕ ਬੋਲ ਦਿੱਤੇ, ਬਹੁਤ ਥੋੜ੍ਹੇ ਨੇ, ਮਤਲਬ ਠੀਕ ਹੈ, ਇਹਨੇ ਤੁਹਾਨੂੰ ਯਾਦ ਰੱਖਣ ਦੀ ਲੋੜ ਵੀ ਹੈਗੀ ਹੈ। ਕਰੈਕਟਰਿਸਟਿਕ, ਫਸਟ ਸੈਪਰੇਟ ਲੀਗਲ ਐਂਟਿਟੀ, म्यूचुअल एजेंसी, LLP एग्रीमेंट, कॉमन सील, लिमिटेड लायबिलिटी, आर्टिफिशियल लीगल पर्सन, बिजनेस फॉर प्रॉफिट ओनली, मैनेजमेंट ऑफ बिजनेस, परपैचुअल सक्सैशन, बॉडी कॉरपोरेट। फिर एडवांटेजेस की ने LLP दियाँ, ईजी टू डिसॉल्व, ईजी टू फॉर्म, ईजी टू डिसॉल्व एंड ईजी टू फॉर्म, लिमिटेड लायबिलिटी, लेस लीगल कॉम्प्लेक्सेस, फ्लैक्सीबल कैपिटल स्ट्रक्चर, एग्रीमेंट बेसिस अरेंज एंड ऑपरेट। यस, एडवांटेजेस है कि आप इन्हू ईजी टू डिसॉल्व कर सकते हैं, ईजी टू फॉर्म कर सकते हैं, यदा कैपिटल स्ट्रक्चर फ्लैक्सीबल होंदा आ, ते आपां नू लीगल कंप्लाइंस किन्ने घट करने पैंदे क्योंकि आप पार्टनरशिप का जिहड़ा कोई फीचर लिया, ओनली कला पार्टनरशिप लिया सी दे विच। एग्रीमेंट बेसिस, एक एग्रीमेंट दी बेसिस हुंदा आ जिहड़ा कि पूरा ऑर्गेनाइज हुंदा आ ते उहदे हिसाब दे नाल ऑपरेट किया जाता। लिमिटेड लायबिलिटी, ये तो पता ही है, नेम तो ही पता लगता है ना। एडवांटेजेस हो गए याद। ਹੁਣ ਆਪਾਂ देख रहे हैं कुछ इंपॉर्टेंट डेफिनेशंस। फर्स्ट ऑफ ऑल बॉडी कॉरपोरेट, इत्थे भी सी पॉइंट करैक्टरिस्टिक विच भी आया बॉडी कॉरपोरेट, बट उदों तो मैं शांति रही, बट हुण एक्सप्लेन करांगी क्योंकि ये तुहानूं पूछा भी जा सकता है एग्जाम विच, बॉडी कॉरपोरेट नूं एक्सप्लेन करो इन LLP, है ना। ये कंपनीज एक्ट विच भी हैगा आ, बट आपां इत्थे चंगी तरह वधिया तरीके नाल समझ जावांगे। LLP रजिस्टर अंडर दिस एक्ट, मतलब जो LLP एक्ट 2008 हैगा आ, ये जो रजिस्टर हुई हो LLP इनकॉर्पोरेट आउटसाइड इंडिया, LLP जो इनकॉर्पोरेट हैगी आ आउटसाइड इंडिया, कंपनी इनकॉर्पोरेट आउटसाइड इंडिया ते कंपनी इनकॉर्पोरेट आउटसाइड इंडिया, मतलब किहड़े 3 पॉइंट आ रहे हैं, फिंगर टिप्स से कर लेने आपां, इन्ना ईजी हैगा आ। LLP रजिस्टर अंडर दिस एक्ट, LLP इनकॉर्पोरेट आउटसाइड इंडिया, कंपनी इनकॉर्पोरेट आउटसाइड इंडिया। एक बार फिर, LLP registered under this act, LLP incorporated outside India, company incorporated outside India, but does not include, कि नहीं include करता, is a corporate sole, cooperative society, any other body corporate जिन्हों सेंट्रल गवर्नमेंट ने ऑफिशियल गैजेट विच नोटिफाई किया होया है। ओके, किहड़े आप इंक्लूड नहीं करते, इनू एक्सप्लेन करन लगांगे तो बहुत टाइम लग जाएगा, इस करके आप इनू थोड़ा जिहा हुण राइकल रट्टा मार कर लैने आ। इज अ कॉरपोरेट सोल, कोऑपरेटिव सोसाइटी, एनी अदर बॉडी कॉरपोरेट जिहड़ा कि सेंट्रल गवर्नमेंट ने नोटिफाई किया है ऑफिशियल गैजेट दे विच। यस, फटाफट एक बार मैं फिर रिविजन करवा दिंदी हाँ तुहानूं कि बॉडी कॉरपोरेट की है। फर्स्ट आप 3 पॉइंट देखे, LLP रजिस्टर अंडर दिस एक्ट, LLP incorporate outside India, company incorporate outside India, okay, but does not include corporate sole, corporate operative society, any other body corporate ਜਿਹੜੀ सेंट्रल गवर्नमेंट ने नोटिफाई किया है ऑफिशियल गैजेट ਦੇ ਵਿੱਚ। नैक्सट टॉपिक अपने को छोटा जिहा ही हैगा इज़ अ फॉरेन LLP। फॉरेन LLP मीन LLP फॉर्म इनकॉर्पोरेट और रजिस्टर्ड आउटसाइड इंडिया, ओके, विच एस्टैबलिश अ प्लेस ऑफ बिजनेस विद इन इंडिया। जी इनकॉर्पोरेशन आ वो की हुई आ आउटसाइड इंडिया हुई आ, तो प्लेस ऑफ बिजनेस इन इंडिया हैगा आ,
सही है, ईजी है। इज़ अ स्मॉल LLP, स्मॉल LLP की आ? यस, स्मॉल LLP इनू भी मैं 3 पॉइंट विच क्लीयर कर दांगी। फर्स्ट, ਇਹਦਾ मीन it mean LLP contribution does not exceed 25 lakh or such higher amount does not exceed 5 crore as prescribed। ਕੰਟਰੀਬਿਊਸ਼ਨ ਕਿਸ ਤਰ੍ਹਾਂ ਹੋਣਾ ਚਾਹੀਦਾ? ਕੰਟਰੀਬਿਊਸ਼ਨ ਕਹਿੰਦੇ ਆ ਜਿਹੜਾ 25 ਲੱਖ ਤੋਂ ਲੈ ਕੇ 5 ਕਰੋੜ ਤੱਕ ਹੀ ਹੋਣਾ ਚਾਹੀਦਾ, ਉਹਦੇ ਵਿੱਚ ਹੀ ਹੋਣਾ ਚਾਹੀਦਾ। 5 ਕਰੋੜ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਅਤੇ ਘੱਟ ਨਹੀਂ ਹੋਣਾ ਚਾਹੀਦਾ 25 ਲੱਖ ਤੋਂ। ਸਹੀ ਹੈ। ਕਹਿੰਦੇ ਟਰਨਓਵਰ ਕਿੰਨਾ ਹੋਣਾ ਚਾਹੀਦਾ? ਬਟ ਕਿੰਨਾ ਬਾਅਦ 'ਚ ਦੱਸਦੀ, ਪਹਿਲਾਂ ਇਮੀਡੀਏਟ ਪ੍ਰੋਸੀਡਿੰਗ ਫਾਈਨੈਂਸ਼ੀਅਲ ਈਅਰ ਦਾ ਹੋਣਾ ਚਾਹੀਦਾ, ਜਿਹੜਾ ਕਿ ਨਹੀਂ ਐਕਸੀਡ ਕਰਨਾ ਚਾਹੀਦਾ 14 ਲੱਖ ਸੱਚ ਹਾਇਰ ਅਮਾਊਂਟ ਨਾਟ ਐਕਸੀਡ 50 ਕਰੋੜ। ਓਕੇ, 40 ਲੱਖ ਤੋਂ ਲੈ ਕੇ 50 ਕਰੋੜ ਤੱਕ ਐਕਸੀਡ ਨਹੀਂ ਕਰਨਾ ਚਾਹੀਦਾ। ਕੀ? ਟਰਨਓਵਰ। ਪਹਿਲਾਂ ਮੈਂ ਕੰਟਰੀਬਿਊਸ਼ਨ ਦੱਸਿਆ, ਹੁਣ ਮੈਂ ਟਰਨਓਵਰ ਦੱਸਿਆ। ਕੰਟਰੀਬਿਊਸ਼ਨ ਦੱਸੋ ਕਿੰਨਾ ਸੀ? ਕੰਟਰੀਬਿਊਸ਼ਨ ਸੀਗਾ ਆਪਣਾ 25 ਲੱਖ ਤੋਂ 5 ਕਰੋੜ ਤੱਕ, ਬਟ ਜਿਹੜਾ ਆਪਣਾ ਟਰਨਓਵਰ ਸੀ ਉਹ ਕਿੰਨਾ ਸੀ? 40 ਲੱਖ ਤੋਂ ਲੈ ਕੇ 50 ਕਰੋੜ ਤੱਕ। ਈਜ਼ੀ। ਇਹ ਮੀਟ ਕਰਨਾ ਚਾਹੀਦਾ ਹੈ ਸੱਚ ਦਾ ਰਿਕੁਆਇਰਮੈਂਟ ਪ੍ਰਿਸਕ੍ਰਾਈਬ ਸੱਚ ਟਰਮ ਐਂਡ ਕੰਡੀਸ਼ਨਸ। ਯੈਸ, ਇਹਦੇ ਨਾਲ ਜੋ ਮੈਂ ਤੁਹਾਨੂੰ 3 ਇੰਪੋਰਟੈਂਟ ਡੈਫੀਨੇਸ਼ਨਸ ਕਰਾਉਣੀਆਂ ਸੀ ਉਹ ਵੀ ਮੈਂ ਕਰਵਾ ਦਿੱਤੀ। ਸੈਕਸ਼ਨ ਨੰਬਰ 4, 5, 6, 7 ਬਸ ਚੈਪਟਰ ਤਾਂ ਖਤਮ, ਕੁਛ ਰਿਹਾ ਹੀ ਨਹੀਂ, ਇੰਨਾ ਈਜ਼ੀ ਹੈ। ਹੁਣ ਤਾਂ ਈਜ਼ੀ ਪੀਜ਼ੀ ਹੋ ਗਿਆ ਇਹ ਚੈਪਟਰ ਬਹੁਤ ਜ਼ਿਆਦਾ। ਸੈਕਸ਼ਨ ਨੰਬਰ 4 ਕਹਿੰਦਾ LLP ਐਗਰੀਮੈਂਟ ਨੋਨ ਐਪਲੀਕੇਬਿਲਿਟੀ ਆਫ ਪਾਰਟਨਰਸ਼ਿਪ ਐਕਟ 1932 ਕਹਿੰਦੇ, ਅਤੇ ਪਾਰਟਨਰਸ਼ਿਪ ਐਕਟ 1932 ਐਪਲੀਕੇਬਲ ਹੀ ਨਹੀਂ ਹੁੰਦਾ। ਚਲੋ ਠੀਕ ਹੈ। ਸੈਕਸ਼ਨ ਨੰਬਰ 4 ਹੋ ਗਿਆ। 5 ਕੀ ਕਹਿੰਦਾ? 5 ਕਹਿੰਦਾ ਪਾਰਟਨਰ। ਕਹਿੰਦੇ ਹੂ ਕੈਨ ਬਿਕਮ ਪਾਰਟਨਰ ਆਫ LLP, ਬਣ ਹੀ ਕੌਣ ਸਕਦਾ ਆ? ਇੰਡੀਵਿਜੂਅਲ ਵੀ ਬਣ ਸਕਦਾ ਹੈ ਅਤੇ ਬੋਡੀ ਕਾਰਪੋਰੇਟ ਵੀ ਬਣ ਸਕਦਾ ਹੈ। ਡਨ। ਹੂ ਕੈਨॉट, कौन बन सकता है? तो ठीक है, इंडिविजुअल बन सकता है, बॉडी कॉर्पोरेट बन सकता है, बट बन कौन नहीं सकता? इज हु कैन नॉट इज अनसाउंड माइंड, अनडिस्चार्ज इंसॉल्वेंट, एप्लीकेबल टू डिक्लेयर एज अ इंसॉल्वेंट बट एप्लीकेशन इज पेंडिंग। ओके, एक तो कहते हो गया अनसाउंड माइंड, ये भी इंपॉर्टेंट है। अनसाउंड माइंड, अनडिस्चार्ज इंसॉल्वेंट, मतलब इंसॉल्वेंट हैगा बट डिस्चार्ज नहीं गा, कि मतलब हजे ਉਹਦਾ ਪੱਕਾ ਨਹੀਂ ਪਤਾ ਗਾ ਕਿ ਇਹ ਝੂਠ ਤਾਂ ਨਹੀਂ ਮਾਰ ਰਿਹਾ ਗਾ, ਇਸ ਤਰ੍ਹਾਂ ਕੋਈ ਗਪਲਾ ਤਾਂ ਨਹੀਂ ਗਾ, ਕਿ ਅਨਡਿਸਚਾਰਜ ਇੰਸੋਲਵੈਂਟ ਹੈਗਾ ਆ। ਮੀਨਿੰਗ ਆਪਾਂ ਕਹਿ ਸਕਦੇ ਹਾਂ ਇੰਸੋਲਵੈਂਟ ਬਟ ਨਾਟ ਡਿਸਚਾਰਜ ਬਾਈ ਕੋਰਟ ਇਜ਼ ਅਨਡਿਸਚਾਰਜ ਇੰਸੋਲਵੈਂਟ। ਅਪਲਾਈ ਕੀਤਾ ਆ ਕਿ ਮੈਨੂੰ ਡਿਕਲੇਅਰ ਕਰ ਦਿਓ ਇੰਸੋਲਵੈਂਟ, ਬਟ ਹਜੇ ਤੱਕ ਉਹਦੀ ਐਪਲੀਕੇਸ਼ਨ ਹੀ ਪੈਂਡਿੰਗ ਆ। ਇਹ ਹੈਗਾ ਥਰਡ ਟਾਈਪ ਦਾ। ਇਹਦੇ ਵਿੱਚ 3 ਟਾਈਪ ਦੇ ਹੈਗੇ ਆ। ਪਹਿਲਾ ਅਨਸਾਊਂਡ ਮਾਈਂਡ, ਸੈਕਿੰਡ ਅਨਡਿਸਚਾਰਜ ਇੰਸੋਲਵੈਂਟ, ਅਤੇ ਥਰਡ ਆਪਣੇ ਕੋਲ ਹੈਗਾ ਅਪਲਾਈ ਟੂ ਡਿਕਲੇਅਰ ਇਜ਼ ਇਨਸੋਲਵੈਂਟ ਬਟ ਐਪਲੀਕੇਸ਼ਨ ਇਜ਼ ਪੈਂਡਿੰਗ। ਇਹ ਆਪਾਂ ਆਪਣਾ ਰਿਵੀਜ਼ਨ ਕੀਤਾ ਹੈ ਸੈਕਸ਼ਨ ਨੰਬਰ 5 ਦਾ। ਹੁਣ ਸੈਕਸ਼ਨ ਨੰਬਰ 6 'ਤੇ ਆ ਜਾਂਦੇ ਹਾਂ। ਸੈਕਸ਼ਨ ਨੰਬਰ 6 ਕੀ ਕਹਿੰਦਾ? ਮਿਨੀਮਮ ਨੰਬਰ ਆਫ ਪਾਰਟਨਰ, ਐਟਲੀਸਟ 2 ਪਾਰਟਨਰ ਹੋਣੇ ਚਾਹੀਦੇ ਆ। ਇਫ ਐਨੀ ਟਾਈਮ ਨੰਬਰ ਆਫ ਪਾਰਟਨਰ ਬਿਲੋ 2 ਔਰ ਮੋਰ ਦੈਨ 6 month ਲੈਪਸ, 1 ਪਾਰਟਨਰ ਇਜ਼ ਲਾਈਏਬਲ, LLP ਕੈਨ ਡਿਜ਼ੋਲਵ। ਉਹ ਜਿਹੜਾ 1 ਪਾਰਟਨਰ ਕਰਦਾ ਪਿਆ ਸੀਗਾ ਉਹ ਲਾਈਏਬਲ ਹੋਏਗਾ, ਅਤੇ ਜੋ LLP ਆ ਉਹ ਡਿਜ਼ੋਲਵ ਕਰ ਦਿੱਤੀ ਜਾਏਗੀ। ਇਜ਼ ਸੈਕਸ਼ਨ ਨੰਬਰ 6। ਹੁਣ ਆਪਾਂ ਆਉਂਦੇ ਹਾਂ ਸੈਕਸ਼ਨ ਨੰਬਰ 7 'ਤੇ। every LLP have at least 2 designated partner who are individual, out of which 1 should be resident in India। मतलब 120 days during the financial year ਰਿਹਾ ਹੋਣਾ ਚਾਹੀਦਾ ਆ। if in LLP all partner are body corporate or in which 1 and more partner are individual and body corporate, at least 2 individual who are partner of LLP or nominee of body corporate shall act as a designated partner। okay, ਯੈਸ, ਇਹਦੇ ਨਾਲ ਆਪਣੀ ਰਿਵੀਜ਼ਨ ਖਤਮ ਹੋਈ ਹੈ ਸੈਕਸ਼ਨ ਨੰਬਰ 4, 5, 6, 7 ਦੀ। ਹੁਣ ਮੈਂ ਸਟਾਰਟ ਕਰ ਰਹੀ ਹਾਂ ਇਨਕੋਰਪੋਰੇਸ਼ਨ ਆਫ LLP। ਬਹੁਤ ਇੰਪੋਰਟੈਂਟ ਰਹੇਗਾ। ਪਹਿਲਾਂ ਇਹ ਯੂਨਿਟ ਸੀਗੀ ਜਿਹੜੀ ਉਹ ਜਾਰੀ ਲੈਂਦੀ ਹੁੰਦੀ ਸੀਗੀ, ਬਟ ਹੁਣ ਇਹ ਥੋੜ੍ਹੀ ਜਿਹੀ ਘੱਟ ਹੋ ਚੁੱਕੀ ਹੈ, ਇਸ ਕਰਕੇ ਆਪਾਂ ਨੂੰ ਇਹਨਾਂ 'ਤੇ ਫੋਕਸ ਕਰਕੇ ਚੱਲਣਾ ਪਏਗਾ। ਇਨਕੋਰਪੋਰੇਸ਼ਨ, ਯੈਸ, ਸੈਕਸ਼ਨ ਨੰਬਰ 11 ਇਨਕੋਰਪੋਰੇਸ਼ਨ ਆਫ LLP। ਫਸਟ ਆਪਾਂ ਰਿਕੁਆਇਰਮੈਂਟ ਦੀ ਗੱਲ ਕਰਾਂਗੇ। ਕੀ ਰਿਕੁਆਇਰਮੈਂਟ ਆਉਂਦੀਆਂ? 2 and more person ਹੋਣੇ ਚਾਹੀਦਾ, ਇੱਕ ਲੌਫੁਲ ਬਿਜ਼ਨਸ ਹੋਣਾ ਚਾਹੀਦਾ ਜਿਹਦੇ ਵਿੱਚ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਹੈ ਨੇਮ ਟੂ ਐਨ ਇਨਕੋਰਪੋਰੇਸ਼ਨ ਡਾਕੂਮੈਂਟ ਵਿੱਚ। ਇਨਕੋਰਪੋਰੇਸ਼ਨ ਡਾਕੂਮੈਂਟ ਪ੍ਰਿਸਕ੍ਰਾਈਬ ਫੀਸ ਹੋਣਾ ਚਾਹੀਦਾ ਹੈ, ਪ੍ਰਿਸਕ੍ਰਾਈਬ ਫਾਰਮ ਵਿੱਚ ਹੋਣਾ ਚਾਹੀਦਾ, ਮੇਡ ਬਾਈ ਈਦਰ ਐਡਵੋਕੇਟ, CA, CS, CMA, engage in formation of LLP। anyone who subscribe his name to incorporation document is complied
ऑल रिक्वायरमेंट ऑफ दिस एक्ट एंड रूल फॉर इनकॉर्पोरेशन कंप्लाई। कहते सारा कुछ की होना चाहिए, कंप्लाई होना चाहिए जो भी रूल है, जो भी रिक्वायरमेंट है। पहला आप क्या कि एक 2 एंड मोर परसन होने चाहिए, लॉफुल बिजनेस होना चाहिए, जिहदे अपना नेम सबसक्राइब किया होना चाहिए, काहदे विच इनकॉर्पोरेशन डॉकूमेंट विच। इनकॉर्पोरेशन डॉकूमेंट प्रिस्क्राइब फीस होनी चाहिए, प्रिस्क्राइब फॉर्म विच होना चाहिए, मेड बाय ईदर होना चाहिए, एडवोकेट CA CS CMA होना चाहिए। बाकी कहते जिन्हें अपना सबसक्राइब किया है नेम इनकॉर्पोरेशन डॉकूमेंट विच उन्हें सारिया रूल रेगूलेशन जो भी है रिक्वायरमेंट सारिया उन्होंने कंप्लाई किया होना चाहिए है। फिर सैकेंड पॉइंट है इनकॉर्पोरेशन डॉकूमेंट शैल ਉਹਦੇ ਵਿੱਚ ਕੀ ਹੋਣਾ ਚਾਹੀਦਾ ਹੈ। ਇਨਫॉर्म एज प्रिस्क्राइब, स्टेट नेम ऑफ LLP, स्टेट प्रपोज्ड बिजनेस, एड्रैस ऑफ रजिस्टर ऑफिस होना चाहिए, नेम एंड एड्रैस ऑफ ईच पार्टनर एंड डेजिग्नेटेड पार्टनर। ओके किहड़े 5 पॉइंट चाहिए आ कहते प्रिस्क्राइब फॉर्म होना चाहिए, प्रिस्क्राइब फीस होना चाहिए, स्टेट नेम ऑफ LLP होना चाहिए, स्टेट प्रपोज्ड बिजनेस, एड्रैस ऑफ द रजिस्टर ऑफिस, एड्रैस एंड नेम ऑफ ईच पार्टनर एंड डेजिग्नेटेड पार्टनर। फिर अपने को पर्सन मेकिंग द स्टेटमेंट एज डिस्कस अबव ही नोन टू बी फॉल्स, जे पता लगा कि गलत सी जहाँ डज नॉट बिलीव टू बी ट्रू तो उन्होंने पनिशमेंट की होएगी। इंप्रैजनमेंट हो सकती है उन्होंने 2 साल की, फाइन नॉट लैस दैन 10,000 अप टू 5 लाख, 10,000 तो लैके 5 लाख तक उन्होंने फाइन हो सकता है। इसी अपना सैक्शन नंबर 11। यस ये बहुत ईजी है सैक्शन। एक बार फिर मैं तुहानूं फटाफट इहदा ओवरव्यू दे दिंदी हाँ। सैक्शन नंबर 11 में आपां दस्सिया कि रिक्वायरमेंट की चाहिए आ, फिर उहदे विच डॉकूमेंट विच की होना चाहिए आ, जे उन्होंने झूठ बोलिया है जां उन्होंने पता सी कि ट्रू नहीं गा तो उहदे वास्ते उन्होंने की फाइन वगैरह लगेगा। ठीक है। फर्स्ट रिक्वायरमेंट की 2 एंड मोर परसन चाहिए, एक लॉफुल बिजनेस चाहिए आ, उहदे विच सबसक्राइब होना चाहिए नेम इनकॉर्पोरेशन डॉकूमेंट विच, एंड इनकॉर्पोरेशन डॉकूमेंट एक प्रिस्क्राइब फीस होनी चाहिए है, प्रिस्क्राइब फॉर्म विच होना चाहिए, मेड बाय एडवोकेट CS CMA होना चाहिए है, एंगेज इन फॉर्मेशन ऑफ LLP जेड़ा कि एंगेज होवे इनवॉल्व होवे फॉर्मेशन ऑफ LLP, एनी वन हु सबसक्राइब हिज नेम टू इनकॉर्पोरेशन डॉकूमेंट इज कंपाइल्ड। कहने उन्हें की होना कीता होना चाहिए है, रिक्वायरमेंट सारिया उन्हें रूल रेगूलेशन सारा कुछ उन्हें कंप्लीट किया होना चाहिए, उन्हें कंप्लीट किए होने चाहिए। फिर डॉकूमेंट विच की होना चाहिए है, नेम ऑफ LLP, बिजनेस किया, काम किया, नाम किया, एड्रैस किया, जो पार्टनर आ उन्हों का नेम किया, एड्रैस किया, डेजिग्नेटेड पार्टनर उन्हों का नेम किया, एड्रैस किया। फिर जो उन्होंने कहा कि फॉल्स आ मतलब फिर पनिशमेंट की होएगी तो इंप्रैजनमेंट की होएगी। ठीक है। इंप्रैजनमेंट 2 साल की होएगी तो फाइन उन्होंने लग सकता 10,000 तो 5 लाख तक। ओ डन। सैक्शन नंबर 12। Section number 12 incorporation by registration. On the fulfillment of requirement of section number 11, registrar retain the incorporation document and shall give a period of 14 days. 14 days का पीरियड दिता जाता है जिहदे विच रजिस्ट्रार द इनकॉर्पोरेशन डॉकूमेंट रजिस्टर कर लैंदा है रजिस्ट्रार, और जो अपना इनकॉर्पोरेशन डॉकूमेंट हैगा उन्होंने एक सर्टिफिकेट इन नेम ऑफ LLP दे दिंदा है, जिहड़ा एक सफिशेंट एविडेंस हुंदा है कि आपां सारे डॉकूमेंट जो भी रिक्वायरमेंट सी उन्हां नूं कंप्लाई कीता है। सर्टिफिकेट है जिहड़ा एक ऑथेंटिकेटेड बाय ऑफिशियल सील कि मतलब वो तो एक ऑफिशियल सील लगी होंगी आ, एक आपां सर्टिफिकेट एक हो जाता अपना एक कनकलूसिव एविडेंस हो जाता कि आपां सर्टिफिकेट मिल गया। ये 4 पॉइंट ने जिहड़े मैं तुहानूं गल्लां च दस दिते। ओके फर्स्ट पॉइंट कि अपने कहते सैक्शन नंबर 11 की आप जो सारिया रिक्वायरमेंट अच्छे से फुलफिल कर दित्तियां तो 14 डेज़ के अंदर इनकॉर्पोरेशन डॉकूमेंट रजिस्टर कर लेगा, आपां एक सर्टिफिकेट दे देगा LLP का। फिर सैकेंड पॉइंट सफिशेंट एविडेंस होगा कि आप सारिया रिक्वायरमेंट अच्छे से कंप्लाई कर दी हैं। थर्ड सर्टिफिकेट है जो ऑथेंटिकेटेड बाय ऑफिशियल सील रहेगा। 4 कंक्लूसिव एविडेंस रहेगा, एक सर्टिफिकेट रहेगा। होने भी सेक्शन ख़त्म, इतना सी थी बस, इतना सारा था ये सेक्शन। नेक्स्ट सेक्शन नंबर 13 इज़ अ रजिस्टर ऑफिस एंड जो चेंजिस है भी इंपॉर्टेंट क्वेश्चन मनिया जा रहा है इस टाइम। ये भी बहुत ईजी सैक्शन है, ये भी कुछ भी नहीं गा। एवरी LLP मस्ट रजिस्टर ऑफिस फॉर द ऑल कोरिस्पोंडेंस ऑल कम्यूनिकेशंस ऑल नोटिस वास्ते उन्होंने एक अपना और जोड़ा ऑफिशियल ठीक है रजिस्टर ऑफिस चाहिए आ जिथे वो सारे अपना कम्यूनिकेशंस वगैरह कर सकन। ठीक है। तो फिर LLP मस्ट चेंज द प्लेस इन अकॉर्डेंस विद LLP एक्ट।
A document may be served on LLP or designated partner, sending it by post under the certificate of posting as may prescribe at a register office। ਕਹਿੰਦੇ ਫਿਰ ਬਾਅਦ ਵਿੱਚ ਡਾਕੂਮੈਂਟ ਆਪਾਂ ਸਰਵ ਕਰਦੇ ਹਾਂ on LLP or designated partner by sending it post under the certificate of posting as prescribe at the ਰਜਿਸਟਰ ਆਫਿਸ, ਜਿੱਦਾਂ ਰਜਿਸਟਰ ਆਫਿਸ ਵਿੱਚ ਪ੍ਰਿਸਕ੍ਰਾਈਬ ਹੈਗਾ। ਕਹਿੰਦੇ ਜੇ ਆਪਾਂ ਇਹ ਸੈਕਸ਼ਨ ਦਾ ਮਤਲਬ ਜੋ ਵੀ ਇਹਦੇ ਵਿੱਚ ਰੂਲ ਦੱਸਿਆ ਹੋਇਆ ਜੇ ਉਹਨੂੰ ਆਪਾਂ ਫੋਲੋ ਨਹੀਂ ਕਰਦੇਗੇ ਤਾਂ ਆਪਾਂ ਨੂੰ ਪੈਨਲਟੀ ਲੱਗ ਸਕਦੀ ਆ 500 ਹਰ ਇੱਕ ਦਿਨ ਦਾ, ਜਿਸ ਦਿਨ ਤੋਂ ਡਿਫਾਲਟ ਨੂੰ ਕੰਟੀਨਿਊ ਕੀਤਾ ਗਿਆ ਹੈ। ਸਬਜੈਕਟ ਟੂ ਮੈਕਸੀਮਮ 50,000 ਤੱਕ ਜਾ ਸਕਦਾ ਫॉर LLP ਐਂਡ ਇਟ ਐਵਰੀ ਪਾਰਟਨਰ। देखो हाँ अपने को आ गया है सैक्शन नंबर 14 जिस दसिया होया इफैक्ट ऑफ रजिस्ट्रेशन। सैक्शन नंबर 14 इफैक्ट ऑफ रजिस्ट्रेशन की इफैक्ट ने ये भी इंपॉर्टेंट है, पूछ लिया जाता। कहते सूइंग एंड बी सूट, आप किसी ते केस कर सकते, कोई अपने ते केस सकता, ठीक है। हैव अ कॉमन सील, एक्वायर ओन होल्ड एंड डिवेलप और डिस्पोज प्रॉपर्टी, doing or suffer such other act and things as body corporate lawfully do and suffer। ਇਹਦੇ ਵਿੱਚ ਆਪਣੇ ਕੋਲ ਕਿੰਨੇ ਆ 4 ਪੁਆਇੰਟ ਹੈਗੇ ਆ, ਫਿੰਗਰ ਟਿਪ ਤੇ ਕਰ ਲਈਏ। ਸੂਇੰਗ ਐਂਡ ਬੀ ਸੂਟ, having a common seal, acquire, own, hold and develop and dispose property, doing and suffer such other act and things as body corporate lawfully do and suffer। name, ਹੁਣ ਆਪਣੇ को नेक्स्ट पॉइंट आंदा नेम, मतलब अपना इफेक्ट ऑफ रजिस्ट्रेशन खत्म हो गया सैक्शन नंबर 14। सैक्शन नंबर 15 ये भी दस्या है नेम। एवरी LLP हैज़ अ वर्ड ईदर लिमिटेड लाइबिलिटी और LLP हो सकता है जो लिमिटेड लाइबिलिटी वर्ड होंदा है जो कोई LLP है। LLP कैन नॉट बी रजिस्टर विद नेम अनडिजायरेबल, कहते LLP बट किन्ना नेम्स नाल नहीं रजिस्टर हो सकता अनडिजायरेबल, identical or too nearly resemble with the name of the other firm or LLP or body corporate registered trademark or trademark। undesirable मतलब cool boy angle girl इस तरह का नहीं होना चाहिए। identical और too nearly resemble, ਹੁਣ कोई हैगी है जिमें कोई भी तुसी लै सकते हो एग्जाम्पल ABC कंपनी है, ठीक है, तुसी रख दो ABCD लिमिटेड, मतलब वो बिल्कुल सेम नियरली रिजेंबल नहीं चलन वाला। ओके समझ लगी, चलो मतलब ये जो सैक्शन नंबर 15 है वो दसिया है कहने हर एक LLP है वो कुछ वर्ड है वर्ड्स इधर लिमिटेड लाइबिलिटी पार्टनरशिप या LLP होएगा। LLP कहते रजिस्टर विद द नेम नहीं होना चाहिए जोड़ा अनडिजायरेबल होए, आइडेंटिकल होए, टू नियरली रिजेंबल होए विद द नेम ऑफ द अदर फर्म और LLP और बॉडी कॉर्पोरेट, ठीक है। फिर बाद में सैक्शन नंबर 16 बस इन्ना इसी 15 में बस ओके। रिजर्वेशन ऑफ नेम ये है सैक्शन नंबर 16। अ पर्सन में अप्लाई टू रजिस्ट्रार, कहते एक पर्सन है जो अप्लाई कर सकता है रजिस्ट्रार नूं कादे वास्ते रिजर्वेशन ऑफ नेम ऑफ LLP या चेंज ऑफ नेम ऑफ LLP। नंबर 15 का सबसैक्शन नंबर 2 जिहदे विच दस्सिया है अनडिजायरेबल होएगा, टू नियरली रिजेंबल होएगा, है ना, नहीं होना चाहिएगा। यस ਉਹੀ ਉਹਨੂੰ ਕਹਿੰਦੇ जे कंप्लाई कर लैने आ तां रजिस्ट्रार सैटिस्फाई हो जाता और रिजर्व द नेम फॉर द पीरियड ऑफ 3 मंथ फ्रॉम द डेट ऑफ इंटीमेशन बाय द रजिस्ट्रार। तुहानूं 3 महीनों के उन्होंने कर लेना है जिन्ना कि रजिस्ट्रार ने जो भी तुहानूं दे दी होएगी डेट, मतलब आप रिजर्व कर लेना है नेम फ्रॉम द पीरियड ऑफ 3 मंथ फ्रॉम द डेट ऑफ इंटीमेशन बाय द रजिस्ट्रार। यस यही कह रहा है अपना सैक्शन नंबर 16। हाँ जी बस इन्ना ही सी, यस इन्ना ही सी। हुण एक इंपॉर्टेंट सैक्शन रह गया है अपना चेंज इन द नेम ऑफ LLP, सैक्शन नंबर 70। यस इनू थोड़ा जिहा सीरीयस होकर सुनना है क्योंकि इंपॉर्टेंट है एग्जाम के पॉइंट ऑफ व्यू तो भी। वैसे आप सीरीयस तो नहीं, आप तो चुटकी विच चैप्टर नूं उड़ा दिता है। ओ यस सैक्शन नंबर 17 की कह रहा है चेंज ऑफ नेम ऑफ LLP, नथिंग विद स्टैंड एनीथिंग कंटेनिंग सैक्शन नंबर 15 एंड 16 की कह रहा सी। सैक्शन नंबर 15 ने तो क्या सीगा नेम विच उन्हें दस्सिया सी अनडिजायरेबल, टू नियरली रिजेंबल नहीं होना चाहिए, की नहीं होना चाहिए, की होना चाहिए। हाँ यस वही सी। सैक्शन नंबर 16 उन्हें की कहा सी, उन्हें कहा सी रिजर्वेशन ऑफ नेम, मतलब जे आप सारियां उहदियां सैक्शन नंबर 15 दियां कंप्लाइज कर दित्तियां, सारा कुछ सही किया रिक्वायरमेंट नूं तां सानूं नेम रिजर्व कर देगा। 3 महीनों का टाइम दिता सी। हाँ वो कहते मैनूं कोई फर्क नहीं पैंदा तुसीं उन्हां कीता है कंप्लाई जां नहीं कीता गा। कहते जे सेंट्रल गौरमेंट का खतरा आ गया वो सैटिस्फाई ना होया बट जे
ਆਪਣੀ ਸੈਂਟਰਲ ਗੌਰਮੈਂਟ ਨੂੰ ਲੱਗਾ ਕਿ ਤੁਸੀਂ ਸੈਕਸ਼ਨ ਨੰਬਰ 15 ਦੇ ਸਬ ਸੈਕਸ਼ਨ ਨੰਬਰ 2 ਦਾ ਕੰਪਲਾਈਂਸ ਨਹੀਂ ਕੀਤਾ, ਥੋੜ੍ਹੀ ਬਹੁਤੀ ਵੀ ਗੜਬੜੀ ਕੀਤੀ ਹੈ, ਤਾਂ ਉਹ ਡਾਇਰੈਕਟ ਕਰ ਸਕਦਾ ਹੈ ਚੇਂਜ ਕਰਨ ਦੇ ਲਈ ਤੁਹਾਨੂੰ ਨੇਮ। ਅਤੇ LLP ਸ਼ੈਲ ਕੰਪਲਾਈ ਸਚ ਡਾਇਰੈਕਸ਼ਨ ਵਿਦਿਨ 3 months ਆਫਟਰ ਦ ਡੇਟ ਆਫ ਡਾਇਰੈਕਸ਼ਨ ਔਰ ਲੌਂਗਰ ਐਜ਼ ਪੀਰੀਅਡ ਮੇ ਬੀ ਡਿਸਕ੍ਰਾਈਬ ਬਾਈ ਦ ਸੈਂਟਰਲ ਗੌਰਮੈਂਟ। ਯੈਸ, ਇਹ ਆ ਗਿਆ ਆਪਣਾ ਫਸਟ ਪੁਆਇੰਟ ਜਿਹਦੇ ਕਿ ਸੈਂਟਰਲ ਗੌਰਮੈਂਟ ਦਾ ਖਤਰਾ ਸੀ। ਯੈਸ, ਸੈਕਿੰਡ ਪੁਆਇੰਟ, ਫਸਟ ਪੁਆਇੰਟ ਹੋ ਗਿਆ, ਸੈਕਿੰਡ ਪੁਆਇੰਟ LLP ਸ਼ੈਲ ਵਿਦਿਨ ਅ ਪੀਰੀਅਡ ਆਫ 15 days from the date of such change give notice of change to the registrar along with the order of the central government। ਕਹਿੰਦੇ ਹੁਣ ਰਜਿਸਟਰਾਰ ਨੂੰ ਵੀ ਦੱਸ ਦਿਓ ਕਿ ਸੈਂਟਰਲ ਗੌਰਮੈਂਟ ਨੇ ਮੈਨੂੰ ਨੋਟਿਸ ਦੇ ਦਿੱਤਾ। ਓਕੇ, ਕਿੰਨੇ ਦਿਨਾਂ ਵਿੱਚ? 15 ਦਿਨਾਂ ਵਿੱਚ ਦੱਸਣਾ ਹੈ। ਡਨ। ਕਹਿੰਦੇ ਤਾਂ ਜੋ who shall carry out necessary changes in the certificate of incorporation and within the 13 days of such changes in certificate of incorporation such LLP change its name in the LLP agreement। yes, ਫਿਰ ਆਪਾਂ ਨੂੰ ਕਿਹਾ ਕਿ ਯੈਸ ਸਾਰਾ ਕੁਝ ਹੋ ਚੁੱਕਾ ਹੈ, ਹੁਣ 15 days 13 days ਦਾ ਨੋਟਿਸ ਹੋ ਗਿਆ, ਉਹ ਵੀ ਹੋ ਗਈ ਗੱਲਬਾਤ ਸਾਰੀ। ਕਹਿੰਦੇ ਬਟ ਜੇ ਉਹਨੂੰ ਲੱਗਾ, ਸੈਂਟਰਲ ਗੌਰਮੈਂਟ ਨੂੰ ਲੱਗਾ ਕਿ ਕੁਝ ਇੱਥੇ ਖਪਲਾ ਚੱਲਦਾ ਪਿਆ, ਹਜੇ ਵੀ ਕੁਛ ਨਹੀਂ ਸਹੀ ਹੋਇਆ। ਓਕੇ, ਹੁਣ ਪੁਆਇੰਟ ਨੰਬਰ 3 ਕਿ LLP ਨੂੰ ਲੱਗਦਾ ਹੈ ਕਿ ਜੇ ਡਿਫਾਲਟ ਹੋਇਆ ਆ ਇਸ ਸੈਕਸ਼ਨ ਨੰਬਰ 17 ਦੇ ਪਾਰਟ ਫਸਟ ਦੇ ਵਿੱਚ ਜੇ ਕੋਈ ਡਿਫਾਲਟ ਹੋਇਆ, ਫਸਟ ਵਿੱਚ ਆਪਾਂ ਕੀ ਕਿਹਾ ਸੀਗਾ ਕਿ ਥਰਡ ਮੰਥ ਦੀ ਡਾਇਰੈਕਸ਼ਨ ਦਿੱਤੀ ਜਾਊਗੀ। ਸੈਕਸ਼ਨ ਨੰਬਰ 15 ਐਂਡ 16 ਨਾਲ ਉਹਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਬਟ ਜੇ ਉਹਨੂੰ ਲੱਗਾ ਕਿ 15 ਦੇ ਸਬ ਸੈਕਸ਼ਨ ਨੰਬਰ 2 ਦੇ ਵਿੱਚ ਕੋਈ ਗਪਲਾ ਹੈਗਾ ਆ, ਤਾਂ ਉਹ ਸੈਂਟਰਲ ਗੌਰਮੈਂਟ ਨੇ ਆਪਾਂ ਨੂੰ ਡਾਇਰੈਕਸ਼ਨ ਦਿੱਤੀ ਸੀ ਕਿ ਤੁਸੀਂ ਇੱਦਾਂ ਕਰਨਾ ਹੈ। ਯੈਸ, ਕਹਿੰਦੇ ਜੇ ਹੁਣ ਉਹਨੂੰ ਲੱਗਾ ਕਿ ਕੋਈ ਡਿਫਾਲਟ ਹੈਗਾ ਹੈ ਤਾਂ ਸੈਂਟਰਲ ਗੌਰਮੈਂਟ ਸ਼ੈਲ ਅਲੋਟ ਅ ਨਿਊ ਨੇਮ ਟੂ LLP and issue a fresh certificate of incorporation with a new name which LLP shall use thereafter। ਯੈਸ, ਮੇਨਲੀ ਕਲੀਅਰ ਹੋ ਚੁੱਕਾ ਹੋਵੇਗਾ ਕਿ ਆਪਣਾ ਸੈਕਸ਼ਨ ਨੰਬਰ 17 ਕੀ ਕਹਿ ਰਿਹਾ ਹੈ। ਸੈਕਸ਼ਨ ਨੰਬਰ 17 ਦਾ ਇੱਕ ਵਾਰ ਮੈਂ ਓਵਰਵਿਊ ਦੇ ਦਿੰਦੀ ਹਾਂ। ਇਹ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਆਪਾਂ ਨੂੰ ਸੈਂਟਰਲ ਗੌਰਮੈਂਟ ਦਾ ਬਹੁਤ ਜ਼ਿਆਦਾ ਖਤਰਾ ਰਿਹਾ। ਫਸਟ ਆਪਾਂ ਇਹਦੇ ਵਿੱਚ 3 ਪੁਆਇੰਟ ਵਿੱਚ ਇਹਨੂੰ ਕੰਪਲੀਟ ਕੀਤਾ ਹੈਗਾ। ਫਸਟ ਹੈਗਾ ਨਥਿੰਗ, ਪਹਿਲਾਂ ਉਹਨੇ ਦੱਸਿਆ ਕਿ ਸੈਕਸ਼ਨ ਨੰबर 15 एंड 16 है, बाद में मुझे कोई फ़र्क नहीं पड़ता है इसमें से। सेंट्रल गौरमेंट कहना जे मैं सैटिस्फाई ना होया तो मैं सीधा तेनों कह देना कि तू नेम चेंज कर ला, 3 ਮਹੀਨਿਆਂ का तेनों टाइम दिता जाएगा। सैकेंड पॉइंट ਵਿੱਚ ਫਿਰ ਆਪਾਂ ਆ ਕੇ ਦੇਖਿਆ ਕਿ 15 डेज़ ਦਾ ਉਹਨੇ ਆਪਾਂ ਨੂੰ ਦੇ ਦਿੱਤਾ ਕਿ ਆਪਾਂ ਜੋ ਵੀ ਹੈਗਾ ਆ ਆਪਾਂ ਕਿਹਨੂੰ ਦੱਸੀਏ, ਜਾ ਕੇ ਰਜਿਸਟਰਾਂ ਨੂੰ ਦੱਸੀਏ। ਫਿਰ 13 डेज़ ਦਾ ਦਿੱਤਾ ਗਿਆ ਸੀਗਾ ਟਾਈਮ ਕਿ ਜਿਹੜਾ ਆਪਾਂ ਨੂੰ ਸਰਟੀਫਿਕੇਟ ਆਫ ਇਨਕਾਰਪੋਰੇਸ਼ਨ ਵਿੱਚ ਕੋਈ ਵੀ ਚੇਂਜਿਸ ਆ ਆਪਾਂ ਉਹਦੇ ਬਾਰੇ ਦੱਸਣਾ ਹੈ, ਠੀਕ ਹੈ। ਫਿਰ ਜੋ ਥਰਡ ਪੁਆਇੰਟ ਸੀਗਾ ਉਹਦੇ ਵਿੱਚ ਕਿਆ ਕਹਿੰਦਾ, ਹਜੇ ਵਿੱਚ ਮੈਨੂੰ ਕੋਈ ਲੱਗਦਾ ਹੈ ਕਿ ਡਿਫਾਲਟ ਚੱਲਦਾ ਪਿਆ ਆ ਕਿਹਦੇ ਵਿੱਚ, ਸੈਕਸ਼ਨ ਨੰਬਰ 17 ਦੇ ਪਾਰਟ ਨੰਬਰ 1 ਵਿੱਚ, ਤਾਂ ਉਹ ਕੀ ਕਰੇਗਾ, ਇਸ਼ੂ ਕਰ ਦੇਗਾ ਇੱਕ ਨਿਊ ਸਰਟੀਫਿਕੇਟ, ਇੱਕ ਨਵੇਂ ਨੇਮ ਦੇ ਨਾਲ, ਇੱਕ ਨਵੇਂ ਸਰਟੀਫਿਕੇਟ ਆਫ ਇਨਕਾਰਪੋਰੇਸ਼ਨ ਦੇ ਨਾਲ। ਯੈਸ, ਇਹਦੇ ਨਾਲ ਫਿਰ ਤੁਸੀਂ ਉਹਦੇ ਨਾਲ ਉਹਨੂੰ ਕੰਟੀਨਿਊ ਕਰ ਸਕਾਂਗੇ। ਚਲੋ ਆਪਾਂ ਨੇਮ ਵੀ ਬਣਾ ਲਿਆ, ਨੇਮ ਚੇਂਜ ਵੀ ਕਰਵਾ ਲਿਆ, ਇਨਕਾਰਪੋਰੇਸ਼ਨ ਵੀ ਕਰਵਾ ਲਿਆ, ਰਜਿਸਟਰ ਆਫਿਸ ਚੇਂਜ ਵੀ ਕਰਾ ਲਿਆ, ਸਾਰਾ ਕੁਛ ਕਰ ਚੁੱਕੇ ਹਾਂ। ਹੁਣ ਦੇਖੋ ਇਸ ਚੈਪਟਰ ਵਿੱਚ ਮੋਸਟਲੀ ਆਪਾਂ ਐਂਡ ਕਰ ਦਿੱਤਾ ਹੈ, ਬਟ ਇਹਦੇ ਵਿੱਚ ਆਪਾਂ ਨੂੰ ਡਿਫਰੈਂਸ ਬਿਟਵੀਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ। 2 ਡਿਫਰੈਂਸ ਬਿਟਵੀਨ ਆ ਉਹ ਆਪਾਂ ਡਿਸਕਸ ਕਰ ਲੈਂਦੇ ਹਾਂ, ਆਪਾਂ ਲਰਨ ਕਰ ਲੈਂਦੇ ਹਾਂ, ਫਿਰ ਇਹ ਚੈਪਟਰ ਨੂੰ ਆਪਾਂ ਲੌਕ ਕਰ ਸਕਦੇ ਹਾਂ। ਯੈਸ, ਇਹ ਡਿਫਰੈਂਸ ਬਿਟਵੀਨ ਵੀ ਤੁਹਾਨੂੰ ਯਾਦ ਹੋ ਜਾਣਗੇ, ਬਸ ਤੁਸੀਂ ਮੇਰੇ ਨਾਲ ਸਪੋਰਟਿਵ ਰਹਿਣਾ ਹੈ। ਓਕੇ, ਬਿਲਕੁਲ ਹਾਰ ਮੰਨਦੇ ਹੋਏ ਨਹੀਂ ਚੱਲਣਾ, ਜਿਸ ਤਰ੍ਹਾਂ ਮੈਂ ਫੁਰਤੀ ਨਾਲ ਪੜ੍ਹਾ ਰਹੀ ਹਾਂ, ਜੋ ਲਰਨ ਕਰਵਾ ਰਹੀ ਹਾਂ, ਤੁਸੀਂ ਵੀ ਕਰਦੇ ਜਾਣਾ ਹੈ। ਦੈਨ ਆਪਾਂ ਦੇਖੋ ਕਿੰਨਾ ਜਲਦੀ ਇਹਨੂੰ ਕੀਤਾ ਹੈ। ਚਲੋ ਗੱਲਾਂ ਨਹੀਂ ਸਟਾਰਟ ਕਰਦੇ ਹਾਂ। LLP ਅਤੇ ਪਾਰਟਨਰਸ਼ਿਪ ਫਰਮ ਵਿੱਚ ਕੀ ਡਿਫਰੈਂਸ ਹੁੰਦਾ ਆ। ਇਹਦੇ ਵਿੱਚ ਰੈਗੂਲੇਟਡ ਐਕਟ, ਪਹਿਲਾਂ ਕਿ ਆਪਾਂ ਗੱਲ ਕੀਤਾ ਰੈਗੂਲੇਟਿੰਗ ਐਕਟ। ਓਕੇ, LLP ਕੀ ਹੁੰਦਾ, LLP ਲਿਮਟਿਡ ਲਾਇਬਿਲਿਟੀ ਪਾਰਟਨਰਸ਼ਿਪ ਐਕਟ 2008 ਔਰ ਇੰਡੀਅਨ ਪਾਰਟਨਰਸ਼ਿਪ ਐਕਟ 1932। ਬੋਡੀ ਕਾਰਪੋਰੇਟ, ਹੁਣ ਤੁਸੀਂ ਦੱਸਣਾ ਹੈ ਕੌਣ ਬੋਡੀ ਕਾਰਪੋਰੇਟ ਹੈ ਅਤੇ ਕੌਣ ਨਹੀਂ ਹੈ। ਕੀ LLP ਬੋਡੀ ਕਾਰਪੋਰੇਟ ਹੈ? ਯੈਸ। ਕੀ ਪਾਰਟਨਰਸ਼ਿਪ ਫਰਮ ਬੋਡੀ ਕਾਰਪੋਰੇਟ ਹੈ? ਨੋ। ਸੈਪਰੇਟ ਲੀਗਲ ਐਂਟਿਟੀ, ਯੈਸ LLP ਵਿੱਚ ਹੁੰਦੀ ਹੈ ਸੈਪਰੇਟ ਲੀਗਲ ਐਂਟਿਟੀ, ਬਟ ਇਹਦੇ ਵਿੱਚ ਕੋਈ ਸੈਪਰੇਟ ਲੀਗਲ ਐਂਟਿਟੀ ਨਹੀਂ ਪਾਰਟਨਰਸ਼ਿਪ ਵਿੱਚ, ਇਸ ਕਰਕੇ ਤਾਂ ਅਸੀਂ ਇਕੱਲਾ ਇਹਦਾ ਪਾਰਟਨਰਸ਼ਿਪ ਲਿਆ ਸੀ। ਯੈਸ, ਇੱਥੇ ਤੁਸੀਂ ਲਿਖ ਸਕਦੇ ਹੋ ਪਰਪੈਚੁਅਲ ਸਕਸੈਸ਼ਨ ਵੀ ਲਿਖ ਸਕਦੇ ਹੋ, ਬਟ ਆਪਾਂ ਹੁਣ ਚੱਲਦੇ ਹਾਂ ਆਪਣੇ ਪੁਆਇੰਟ ਸੇਮ। ਯੈਸ, ਸੈਪਰੇਟ ਲੀਗਲ ਐਂਟਿਟੀ, ਇਹਦੇ ਕੋਲ LLP ਕੋਲ ਹੈਗੀ ਹੈ ਸੈਪਰੇਟ ਲੀਗਲ ਐਂਟਿਟੀ, ਬਟ ਪਾਰਟਨਰਸ਼ਿਪ ਫਰਮ ਕੋਲ ਨਹੀਂ ਗੀ। ਪਰਪੈਚੁਅਲ ਸਕਸੈਸ਼ਨ, ਆਪਣੇ ਜੋ LLP ਹੈਗੀ ਆ ਉਹਦੇ ਕੋਲ ਪਰਪੈਚੁਅਲ ਸਕਸੈਸ਼ਨ ਹੈਗੀ ਆ, ਪਾਰਟਨਰਸ਼ਿਪ ਕੋਲ ਨਹੀਂ ਗੀ। ਕਾਮਨ ਸੀਲ, ਆਪਣੇ LLP ਕੋਲ ਕਾਮਨ ਸੀਲ ਹੈਗੀ ਆ, ਬਟ ਇੱਥੇ ਕੋਈ ਕੰਸੈਪਟ ਹੀ ਨਹੀਂ, ਪਾਰਟਨਰਸ਼ਿਪ ਕੋਲ ਕੋਈ ਕੰਸੈਪਟ ਹੀ ਨਹੀਂ ਕਾਮਨ ਸੀਲ ਦਾ। ਮਾਈਨਰ ਐਜ਼ ਅ ਪਾਰਟਨਰ LLP ਵਿੱਚ ਨਹੀਂ ਬਣ ਸਕਦਾ ਹੈਗਾ, ਬਟ ਪਾਰਟਨਰਸ਼ਿਪ ਫਰਮ ਵਿੱਚ ਬੈਨੀਫਿਟ ਵਾਸਤੇ ਬਣ ਸਕਦਾ ਹੈ। ਲਿਮਿਟਡ ਲਾਇਬਿਲਿਟੀ ਹੁੰਦੀ ਹੈ LLP ਕੋਲ, बट पार्टनरशिप कोल तो लिमिटेड लायबिलिटी होती ही नहीं है। रजिस्ट्रेशन मैंडेटरी होता है LLP में, बट रजिस्ट्रेशन इज़ वॉलंटरली फॉर द पार्टनरशिप फर्म।
yes, created by जो अपना LLP है created by the legal process called registration under registration, और जो अपना पार्टनरशिप फॉर्म है उसे क्रिएट किया जाता है एक एग्रीमेंट के साथ। यस, फटाफट से एक बार फिर, रेगुलेटिंग एक्ट, बॉडी कॉर्पोरेट, सेपरेट लीगल एंटिटी, क्रिएशन कैसे हुआ, रजिस्ट्रेशन मैंडेटरी है जो नहीं है, कॉमन सील माइनर है, LLP है एंड LLC है। ਇਹਦੇ ਵਿੱਚ ਰੈਗੂਲੇਟਿੰਗ ਐਕਟ ਪਹਿਲਾਂ ਦੱਸ ਦਿੰਦੇ ਹਾਂ, LLP ਐਕਟ 2008, ਕੰਪਨੀਜ਼ ਐਕਟ 2013, ਨੰਬਰ ਆਫ ਡੈਜ਼ਿਗਨੇਟਡ ਪਾਰਟਨਰ ਮਿਨੀਮਮ 2 ਹੁੰਦੇ ਨੇ LLP ਵਿੱਚ। ਇਹਦੇ ਵਿੱਚ ਪ੍ਰਾਈਵੇਟ ਵਿੱਚ 2 ਹੁੰਦੇ ਨੇ, ਪਬਲਿਕ ਵਿੱਚ 3, ਕਿਉਂਕਿ ਪਬਲਿਕ ਹਮੇਸ਼ਾ ਜ਼ਿਆਦਾ ਹੋਏਗਾ। 3 ਡਾਇਰੈਕਟਰਸ ਹੁੰਦੇ ਨੇ, ਡਾਇਰੈਕਟਰ ਹੁੰਦੇ ਨੇ ਕੰਪਨੀਜ਼ ਦੇ ਵਿੱਚ, ਡੈਜ਼ਿਗਨੇਟਡ ਪਾਰਟਨਰ ਹੁੰਦੇ ਨੇ LLP ਵਿੱਚ। ਨੇਮ ਇਜ਼ ਅ ਲਿਮਟਡ ਲਾਇਬਿਲਿਟੀ ਪਾਰਟਨਰਸ਼ਿਪ, ਬਲਕਿ ਜਿਹੜਾ ਇੱਥੇ ਆਪਣਾ ਪਬਲਿਕ ਕੰਪਨੀ ਹੁੰਦਾ ਹੈ ਉਹਦੇ ਵਿੱਚ ਲਿਮਟਡ ਐਂਡ ਪ੍ਰਾਈਵੇਟ ਵਿੱਚ ਪ੍ਰਾਈਵੇਟ ਲਿਮਟਡ। ਯੈਸ, ਨੰਬਰ ਆਫ ਮੈਂਬਰ ਐਂਡ ਪਾਰਟਨਰ ਮਿਨੀਮਮ 2 ਹੁੰਦੇ ਨੇ, ਮੈਕਸੀਮਮ ਨੋ ਲਿਮਿਟ ਇਨ LLP। LLC ਦੇ ਵਿੱਚ ਮਤਲਬ ਕੰਪਨੀ ਵਿੱਚ, ਪ੍ਰਾਈਵੇਟ ਕੰਪਨੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ 200 ਹੁੰਦੇ ਨੇ ਮਿਨੀਮਮ, ਮੈਕਸੀਮਮ ਮਿਨੀਮਮ ਹੁੰਦੇ ਨੇ 2, ਮੈਕਸੀਮਮ ਹੁੰਦੇ ਨੇ 200। ਪਬਲਿਕ ਕੰਪਨੀ ਵਿੱਚ ਮਿਨੀਮਮ ਹੁੰਦੇ ਨੇ 7 ਮੈਂਬਰ, ਮੈਕਸੀਮਮ ਨੋ ਸੱਚ ਲਿਮਿਟ। ਮੈਂਬਰ ਐਂਡ ਪਾਰਟਨਰ ਪਰਸਨ, ਓਕੇ, ਮਤਲਬ ਹੁਣ ਇਹਦੇ ਵਿੱਚ ਕਿਹਦੇ ਵਿੱਚ ਮੈਂਬਰ ਹੁੰਦੇ ਨੇ, ਕਿਹਦੇ ਵਿੱਚ ਪਾਰਟਨਰ ਹੁੰਦੇ ਨੇ, ਦੱਸ ਦਿੰਦੇ ਹਾਂ ਆਪਾਂ। LLP ਵਿੱਚ ਪਾਰਟਨਰ ਹੁੰਦੇ ਨੇ, ਪਰਸਨ ਹੂ ਕੰਟਰੀਬਿਊਟ ਟੂ LLP ਇਜ਼ ਅ ਪਾਰਟਨਰ, ਪਰਸਨ ਹੂ ਇਨਵੈਸਟ ਇਨ ਦ ਮਨੀ ਇਨ ਸ਼ੇਅਰਸ of the company are known as a member of the company। ਕਹਿੰਦੇ ਫਿਰ ਬਾਅਦ ਵਿੱਚ ਇੰਟਰਨਲ ਗੌਰਮੈਂਟ ਸਟਰਕਚਰ ਕਿਸ ਤਰ੍ਹਾਂ ਹੁੰਦਾ ਹੈ, ਇਹਦੇ ਵਿੱਚ ਇੱਕ ਐਗਰੀਮੈਂਟ ਕੀਤਾ ਜਾਂਦਾ ਹੈ ਆਪਣਾ, ਅਤੇ ਇਹਦੇ ਵਿੱਚ ਇੱਕ ਜੋ ਐਗਰੀਮੈਂਟ ਬਿਟਵੀਨ ਪਾਰਟਨਰ ਹੁੰਦਾ ਹੈ LLP ਦੇ ਵਿੱਚ, ਬਲਕਿ ਇਹਦੇ ਵਿੱਚ ਇੱਕ ਰੈਗੂਲੇਟਡ ਐਕਟ ਹੁੰਦਾ ਹੈ ਜਿਵੇਂ ਕਿ ਕੰਪਨੀਜ਼ ਐਕਟ 2013 ਜਿਹੜਾ ਕਿ LLC ਨੂੰ ਦੱਸਦਾ ਆ। Yes, management managed by the partner including designated partner, managed by the director elected by shareholders। Yes, liability ਹੈ ਜਿਹੜੀ ਹੈ ਲਿਮਟਡ ਹੀ ਹੁੰਦੀ ਹੈ, ਤਾਂ ਹੀ ਤਾਂ ਇਹਦਾ ਨਾਮ ਲਿਮਟਡ ਲਾਇਬਿਲਿਟੀ ਪਾਰਟਨਰਸ਼ਿਪ ਹੈ। ਲਿਮਟਡ ਹੁੰਦੀ ਆ ਬਟ ਐਕਸਟੈਂਡ ਕਰਦੀ ਇੱਕ ਪੁਆਇੰਟ ਤੱਕ, ਫਰੋਡ ਤੱਕ। ਇਹ ਪਹਿਲਾਂ ਓਲਡ ਸਿਲੇਬਸ ਵਿੱਚ ਇਨਵੋਲਵ ਸੀ, ਇਹ ਵੀ ਬਹੁਤ ਜ਼ਿਆਦਾ ਇਹਦਾ ਪਾਰਟ, ਬਟ ਹੁਣ ਡਿਲੀਟ ਹੋ ਚੁੱਕਾ ਹੈ, ਵਧੀਆ ਗੱਲ ਹੈ। ਸੈਕਿੰਡ ਪਾਰਟ, ਅਮਾਊਂਟ ਅਨਪੇਡ ਔਨ ਦ ਸ਼ੇਅਰ ਹੋਲਡਰ ਬਾਈ ਦੈਮ, ਕਹਿੰਦੇ ਅਮਾਊਂਟ ਜਿਹੜਾ ਇਹ ਕੰਪਨੀਜ਼ ਹੈ ਉਹ ਸ਼ੇਅਰ ਹੋਲਡਰ ਦੀ ਅਨਪੇਡ ਜੋ ਅਮਾਊਂਟ ਹੈ ਉਹਦੇ ਤੱਕ ਹੀ ਲਿਮਿਟਡ ਹੁੰਦੀ ਹੈ। ਯੈਸ, ਇਹਦੇ ਨਾਲ ਹੀ ਆਪਣੀ ਜੋ ਇਹ ਹੈਗੀ ਹੈ LLP ਐਕਟ 2008 ਚੰਗੀ ਤਰ੍ਹਾਂ ਆਪਾਂ ਇਹਦਾ ਰਿਵੀਜ਼ਨ ਕਰ ਲਿਆ ਹੈ, ਇਕੱਲੇ ਇਕੱਲੇ ਪੁਆਇੰਟ ਨੂੰ ਐਂਡ ਪੂਰਾ ਡਬਲ ਟ੍ਰਿਪਲ ਚੰਗੀ ਤਰ੍ਹਾਂ ਕਰ ਲਿਆ ਹੈ। ਥੈਂਕ ਯੂ ਸੋ ਮਚ, ਇਹਨੂੰ ਸ਼ੇਅਰ ਕਰੋ ਤਾਂ ਜੋ ਆਪਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੀਏ। ਥੈਂਕ ਯੂ ਸੋ ਮਚ।